हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਦੇ ਪੋਲੀਟੀਕਲ ਸਾਇੰਸ ਦੇ ਵਿੱਚੋਂ ਟੌਪਿਕ ਲੈ ਕੇ ਆਇਆ ਰਾਜਨੀਤੀ ਸ਼ਾਸਤਰ ਦਾ ਰਾਜਨੀਤੀ ਵਿਗਿਆਨ ਦਾ ਇਤਿਹਾਸ ਦੇ ਨਾਲ ਕੀ ਸੰਬੰਧ ਆ। ਹਾਂਜੀ, ਰਾਜਨੀਤੀ ਸ਼ਾਸਤਰ ਜਾਂ ਰਾਜਨੀਤੀ ਵਿਗਿਆਨ ਦਾ ਇਤਿਹਾਸ ਦੇ ਨਾਲ ਕੀ ਸੰਬੰਧ ਹੈ ਜਾਂ ਇਹਨਾਂ ਦੇ ਵਿੱਚ ਕੀ ਅੰਤਰ ਹੈ, ਆਪਾਂ ਇਸ ਕੁਐਸਚਨ ਆਨਸਰ ਇਸ ਵੀਡੀਓ 'ਚ ਕਰਾਂਗੇ। ਸਟੂਡੈਂਟ ਤੁਹਾਡੇ ਆਲਮੋਸਟ ਟੌਪਿਕ ਅਪਲੋਡ ਹੋ ਚੁੱਕੇ ਨੇ, ਠੀਕ ਹੈ, ਤੇ ਜ਼ਰੂਰ ਵਿਜ਼ਿਟ ਕਰੋ ਚੈਨਲ ਤੇ ਆਪਣੇ ਜਿਹੜੇ ਕਿ ਟੌਪਿਕਸ ਜ਼ਰੂਰ ਵਾਚ ਕਰੋ। प्लेलिस्ट बनी हुई है BA ਸਮੈਸਟਰ फस्ट पोलीटिकल साइंस एंड हिस्टरी पोलीटिकल साइंस एंड हिस्टरी ਦੇ ਜਿਹੜੀ ਕਿ ਪਲੇਲਿਸਟ ਇਕੱਠੀ ਬਣੀ ਹੋਈ ਹੈ, ਠੀਕ ਹੈ। ਹਾਂਜੀ, ਆਪਾਂ ਇਹਦੇ ਵਿੱਚ ਸੰਬੰਧਾਂ ਦੇ ਵਿੱਚ ਪਹਿਲਾਂ ਆਪਾਂ ਇਹਨਾਂ ਦੀ ਪਰਿਭਾਸ਼ਾ ਕਰਦੇ ਹਾਂ, ਠੀਕ ਹੈ। ਰਾਜਨੀਤੀ ਵਿਗਿਆਨ ਦੀ ਪਰਿਭਾਸ਼ਾ ਕੀ ਨੇ? ਹਾਂਜੀ, ਜਿਹੜੇ ਵੀ ਤੁਹਾਨੂੰ ਰਾਈਟਰ ਦੀ ਪਰਿਭਾਸ਼ਾ ਈਜ਼ੀ ਲੱਗੀ ਤੁਸੀਂ ਉਹਨਾਂ ਦੀ ਕਰ ਸਕਦੇ ਹੋ। ਜਿਵੇਂ ਕਿ ਬਲੋਬੀ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਸਧਾਰਨ ਤੌਰ ਤੇ ਰਾਜ, ਸਰਕਾਰ, ਕਾਨੂੰਨ ਤਿੰਨ ਮੁੱਖ ਵਿਸ਼ਿਆਂ ਨਾਲ ਸੰਬੰਧਿਤ ਹੈ। ਇਹ ਈਜ਼ੀ ਹੈ। ਰਾਜਨੀਤੀ ਸ਼ਾਸਤਰ ਹੈ ਜਿਹੜੇ ਕਿ ਸਧਾਰਨ ਤੌਰ ਤੇ ਰਾਜ ਨਾਲ, ਸਰਕਾਰ ਨਾਲ ਤੇ ਕਾਨੂੰਨ ਦੇ ਤਿੰਨਾਂ ਮੁੱਖ ਵਿਸ਼ਿਆਂ ਨਾਲ ਸੰਬੰਧਿਤ ਹੈ। ਤੇ ਆਧੁਨਿਕ ਰਾਜਨੀਤੀ ਵਿਗਿਆਨ ਅਨੁਸਾਰ ਰਾਜਨੀਤੀ ਸ਼ਾਸਤਰ ਕੀ ਹੈ ਜਾਂ ਰਾਜਨੀਤੀ ਵਿਗਿਆਨ ਕੀ ਹੈ? ਜਿਵੇਂ ਡੇਵਿਡ ਈਸਟਨ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਕਦਰਾਂ ਕੀਮਤਾਂ ਦੀ ਸੱਤਾਵਾਦੀ ਵਿਵਸਥਾ ਹੈ, ਜਾਂ ਲਾਸਵੈਲ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਸ਼ਕਤੀ ਦੇ ਨਿਰਮਾਣ ਅਤੇ ਵੰਡ ਦਾ ਅਧਿਐਨ ਹੈ। ਮਤਲਬ ਕਿਸੇ ਦੋ ਰਾਈਟਰ ਸੀ, ਤੁਸੀਂ ਪਰਿਭਾਸ਼ਾਵਾਂ ਨੂੰ ਯਾਦ ਕਰ ਲੈਣਾ। ਉਸ ਤੋਂ ਬਾਅਦ ਆਪਾਂ ਜਿਹੜੀ ਕਿ ਪਰਿਭਾਸ਼ਾ ਦੇਖਦੇ ਅੱਗੇ। ਹਾਂਜੀ, ਤੇ ਇਹਨਾਂ ਪਰਿਭਾਸ਼ਾ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਰਾਜਨੀਤੀ ਸ਼ਾਸਤਰ ਹੈ ਜਿਹੜਾ ਕਿ ਰਾਜਨੀਤੀ ਸ਼ਾਸਤਰ ਕੇਵਲ ਰਾਜ ਦਾ ਸਿਧਾਂਤਿਕ ਅਧਿਐਨ ਹੀ ਨਹੀਂ, ਸਗੋਂ ਇਹ ਰਾਜ ਦਾ ਵਿਵਹਾਰਿਕ ਤੇ ਪ੍ਰਯੋਗਾਤਮਕ ਅਧਿਐਨ ਵੀ ਹੈ। ਤੇ ਇਸ ਤੋਂ ਇਲਾਵਾ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਰਾਜਨੀਤੀ ਸ਼ਾਸਤਰ ਦਾ ਸ਼ਬਦੀ ਅਰਥ ਵੀ ਲਿਖ ਸਕਦੇ ਹੋ। ਵੀ ਸ਼ਬਦੀ ਅਰਥ ਦੇ ਵਿੱਚ ਆ ਜਾਊਗਾ ਕਿ ਰਾਜਨੀਤੀ ਸ਼ਾਸਤਰ ਨੂੰ ਅੰਗਰੇਜ਼ੀ ਵਿੱਚ ਪੋਲੀਟੀਕਲ ਸਾਇੰਸ ਕਹਿੰਦੇ ਨੇ, ਤੇ ਇਹ ਅੰਗਰੇਜ਼ੀ ਵਾਲਾ ਜਿਹੜੇ ਪੋਲੀਟੀਕਲ ਸਾਇੰਸ ਸ਼ਬਦ ਹੈ ਇਹ ਪੋਲੀਟਿਕਸ ਤੋਂ ਲਿਆ ਗਿਆ। ਤੇ ਪੋਲੀਟਿਕਸ ਦੀ ਉਤਪਤੀ ਜਿਹੜੀ ਕਿ ਗ੍ਰੀਕ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਹੋਈ ਹੈ, ਤੇ ਇਸ ਦਾ ਅਰਥ ਹੈ ਨਗਰ ਰਾਜ। ਤੇ ਗ੍ਰੀਕ ਲੋਕ ਨਗਰ ਰਾਜਾਂ ਦੇ ਵਿੱਚ ਰਹਿੰਦੇ ਸੀ, ਜਿਸ ਕਰਕੇ ਉਸ ਸਮੇਂ ਪੋਲੀਟਿਕਸ ਦਾ ਅਰਥ ਹੈ ਜਿਹੜੇ ਕਿ ਨਗਰ ਰਾਜ ਦੇ ਅਧਿਐਨ ਤੋਂ ਲੈਂਦੇ ਸੀ। ਬਟ ਅੱਜ ਵੱਡੇ ਵੱਡੇ ਰਾਜਾਂ ਦੀ ਸਥਾਪਨਾ ਹੋ ਗਈ, ਇਸ ਲਈ ਹੁਣ ਅਸੀਂ ਇਸ ਦਾ ਜਿਹੜੇ ਕਿ ਅਧਿਐਨ ਰਾਜ ਦੇ ਅਧਿਐਨ ਤੋਂ ਲੈਂਦੇ ਹਾਂ, ਠੀਕ ਹੈ। ਤੇ ਤੁਸੀਂ ਇਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ। ਹੁਣ ਰਾਜਨੀਤੀ ਸ਼ਾਸਤਰ ਦਾ ਆਪਾਂ ਇਤਿਹਾਸ ਨਾਲ ਕੀ ਸੰਬੰਧ ਹੈ, ਇਤਿਹਾਸ ਤੋਂ ਰਾਜਨੀਤੀ ਸ਼ਾਸਤਰ ਕੀ ਲੈਂਦਾ ਤੇ ਰਾਜਨੀਤੀ ਸ਼ਾਸਤਰ ਇਤਿਹਾਸ ਨੂੰ ਕੀ ਦਿੰਦਾ, ਠੀਕ ਹੈ, ਤੇ ਇਹਨਾਂ ਦੋਨਾਂ ਦੇ ਵਿੱਚ ਅੰਤਰ। ਹਾਂਜੀ, ਰਾਜਨੀਤੀ ਸ਼ਾਸਤਰ ਦੇ ਇਤਿਹਾਸ ਦੇ ਵਿੱਚ ਬਹੁਤ ਨੇੜੇ ਦਾ ਸੰਬੰਧ ਹੈ। ਇਹ ਦੋਵੇਂ ਵਿਸ਼ੇ ਇੱਕ ਦੂਜੇ ਤੇ ਡਿਪੈਂਡ ਨੇ, ਤੇ ਇੱਕ ਵਿਸ਼ੇ ਦੀ ਸਮੱਗਰੀ ਦਾ ਅਧਿਐਨ ਕੀਤੇ ਬਿਨਾਂ ਦੂਜੇ ਵਿਸ਼ੇ ਸਮੱਗਰੀ ਨੂੰ ਆਪਾਂ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ। ਭਾਵ ਕਿ ਜੇ ਇੱਕ ਵਿਸ਼ੇ ਦਾ ਅਧਿਐਨ ਕਰ ਲਈਏ ਤਾਂ ਦੂਜੇ ਵਿਸ਼ੇ ਦੀ ਸਮੱਗਰੀ ਨੂੰ ਸਮਝਣ ਨੂੰ ਆਪਾਂ ਸਹੀ ਢੰਗ ਨਾਲ ਨਹੀਂ ਸਮਝ ਸਕਦੇ। ਤਾਂ ਪ੍ਰੋਫੈਸਰ ਫਰੀਮੈਨ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਤਿਹਾਸ ਭੂਤਕਾਲ ਦੀ ਰਾਜਨੀਤੀ ਹੈ। ਵੀ ਜਿਹੜਾ ਇਤਿਹਾਸ ਹੈ ਜੋ ਲੰਘ ਚੁੱਕਿਆ ਪਾਸਟ, ਉਹ ਜਿਹੜੇ ਕਿ ਰਾਜਨੀਤੀ ਦਾ ਭੂਤਕਾਲ ਆ। ਇਤਿਹਾਸ ਭੂਤਕਾਲ ਦੀ ਰਾਜਨੀਤੀ, ਭਾਵ ਕਿ ਜਿਹੜਾ ਇਤਿਹਾਸ ਆ, ਜਿਹੜੀ ਰਾਜਨੀਤੀ ਚੱਲ ਰਹੀ ਹੈ, ਇਹਦਾ ਜਿਹੜਾ ਭੂਤਕਾਲ ਉਹ ਕੀ ਹੈ? ਇਤਿਹਾਸ ਹੈ। ਤੇ ਰਾਜਨੀਤੀ ਵਰਤਮਾਨ ਦਾ ਇਤਿਹਾਸ ਹੈ, ਤੇ ਰਾਜਨੀਤੀ ਜਿਹੜਾ ਵਰਤਮਾਨ ਦਾ ਇਤਿਹਾਸ ਹੈ। ਭਾਵ ਕਿ ਜਿਹੜਾ ਇਤਿਹਾਸ ਆ ਉਹ ਭੂਤਕਾਲ ਦੀ ਰਾਜਨੀਤੀ ਹੈ, ਤੇ ਰਾਜਨੀਤੀ ਸ਼ਾਸਤਰ ਹੈ ਜਿਹੜਾ ਉਹ ਵਰਤਮਾਨ ਦਾ ਇਤਿਹਾਸ ਹੈ। ਤੇ ਇਤਿਹਾਸ ਤੇ ਰਾਜਨੀਤੀ ਦੇ ਗੂੜੇ ਸੰਬੰਧਾਂ ਦਾ ਵਰਣਨ ਕਰਦੇ ਵਰਗਸ ਨੇ ਵੀ ਲਿਖਿਆ, ਠੀਕ ਹੈ, ਵਰਗਸ ਨੇ ਵੀ ਲਿਖਿਆ ਕਿ ਇਹ ਦੋਨੋਂ ਵਿਸ਼ਿਆਂ ਨੂੰ ਵੱਖ ਕਰਨ ਨਾਲ ਇੱਕ ਵਿਸ਼ਾ ਜੇਕਰ ਮ੍ਰਿਤਕ ਨਹੀਂ ਤਾਂ ਅਪਾਹਜ ਜ਼ਰੂਰ ਹੋ ਜਾਏਗਾ। ਮਤਲਬ ਕਿ ਜੇ ਇਤਿਹਾਸ ਤੇ ਰਾਜਨੀਤੀ ਨੂੰ ਅਲੱਗ-ਅਲੱਗ ਕਰ ਦਿੱਤਾ ਜਾਵੇ ਤਾਂ ਇਹਨਾਂ ਦੇ ਵਿੱਚੋਂ ਜੇ ਇੱਕ ਮ੍ਰਿਤਕ ਨਹੀਂ ਹੋਊਗਾ ਤਾਂ ਅਪਾਹਜ ਜ਼ਰੂਰ ਹੋ ਜਾਊਗਾ। ਭਾਵ ਕਿ ਇਸ ਤਰੀਕੇ ਨਾਲ ਇਹਨਾਂ ਦੇ ਵਿੱਚ ਸੰਬੰਧ ਨੇ। ਤੇ ਇਹਨਾਂ ਦੇ ਹੁਣ ਆਪਾਂ ਇਹਨਾਂ ਦੇ ਦੇਖਦੇ ਵੀ ਜਿਹੜੇ ਕਿ ਕਿਹੜੇ ਤੱਥਾਂ ਦੇ ਰਾਜਨੀਤੀ ਸ਼ਾਸਤਰ ਦੀ ਇਤਿਹਾਸ ਉੱਤੇ ਨਿਰਭਰਤਾ। ਵੀ ਰਾਜਨੀਤੀ ਸ਼ਾਸਤਰ ਕਿਹੜੇ ਤੱਥਾਂ ਲਈ ਇਤਿਹਾਸ ਉੱਤੇ ਨਿਰਭਰ ਕਰਦਾ, ਠੀਕ ਹੈ। ਰਾਜਨੀਤੀ ਸ਼ਾਸਤਰ ਦੀ ਇਤਿਹਾਸ ਉੱਤੇ ਨਿਰਭਰਤਾ, ਮੇਨ ਹੈਡਿੰਗ। ਹਾਂਜੀ, ਇਤਿਹਾਸ ਰਾਜਨੀਤੀ ਸ਼ਾਸਤਰ ਲਈ ਸਮੱਗਰੀ ਪ੍ਰਦਾਨ ਕਰਦਾ। ਰਾਜਨੀਤੀ ਸ਼ਾਸਤਰ ਇਤਿਹਾਸ ਤੋਂ ਨਿਰਭਰਤਾ, ਭਾਵ ਕਿ ਰਾਜਨੀਤੀ ਸ਼ਾਸਤਰ ਇਤਿਹਾਸ ਤੋਂ ਕੀ ਲੈਂਦਾ, ਠੀਕ ਹੈ। ਤਾਂ ਪਹਿਲਾਂ ਕੀ ਲੈਂਦਾ ਕਿ ਇਤਿਹਾਸ ਰਾਜਨੀਤੀ ਸ਼ਾਸਤਰ ਨੂੰ ਸਮੱਗਰੀ ਦਿੰਦਾ। ਰਾਜਨੀਤੀ ਸ਼ਾਸਤਰ ਨੂੰ ਰਾਜ ਅਤੇ ਸਰਕਾਰ ਦੇ ਭੂਤਕਾਲ ਬਾਰੇ ਜਾਣਨ ਲਈ ਇਤਿਹਾਸ ਉੱਤੇ ਨਿਰਭਰ ਰਹਿਣਾ ਪੈਂਦਾ। ਭਾਵ ਕਿ ਜਿਹੜਾ ਰਾਜਨੀਤੀ ਸ਼ਾਸਤਰ ਆ ਵੀ ਭੂਤਕਾਲ ਦੇ ਵਿੱਚ ਰਾਜ ਕਿਵੇਂ ਸੀ, ਸਰਕਾਰ ਕਿਵੇਂ ਸੀ, ਇਸ ਦੇ ਲਈ ਜਾਣਨ ਲਈ ਰਾਜਨੀਤੀ ਸ਼ਾਸਤਰ ਨੂੰ ਜਿਹੜੇ ਕਿ ਇਤਿਹਾਸ ਤੇ ਡਿਪੈਂਡ ਰਹਿਣਾ ਪੈਂਦਾ। ਤੇ ਲਾਰਡ ਐਕਟਨ ਨੇ ਕਿਹਾ ਕਿ ਰਾਜਨੀਤੀ ਸ਼ਾਸਤਰ ਇੱਕ ਅਜਿਹਾ ਵਿਗਿਆਨ ਹੈ ਜਿਸ ਨੂੰ ਇਤਿਹਾਸ ਰੂਪ ਨਦੀ ਦੀ ਰੋਹੜ ਇਸ ਤਰ੍ਹਾਂ ਛੱਡ ਜਾਂਦੀ ਹੈ ਕਿ ਜਿਸ ਤਰ੍ਹਾਂ ਸੋਨੇ ਦੇ ਕਣ ਦਰਿਆ ਦੀ ਰੇਤ ਦੇ ਵਿੱਚ ਨਦੀ ਦੇ ਵਹਾਅ ਛੱਡ ਜਾਂਦੇ ਨੇ। ਭਾਵ ਕਿ ਜਿਹੜੇ ਕਿ ਉਹਨੂੰ ਰੀਡ ਕਰਨਾ, ਭਾਵ ਕਿ ਵੀ ਜਿਵੇਂ ਸੋਨੇ ਦੇ ਕਣ ਨੇ ਜਿਹੜੇ ਕਿ ਦਰਿਆ ਦੇ ਵਿੱਚ ਦਰਿਆ ਦੀ ਰੇਤ ਦੇ ਵਿੱਚ ਨਦੀ ਦਾ ਵਹਾਅ ਪੈਣ ਦੇ ਲਈ ਜਿਹੜੇ ਕਿ ਰਾਹ ਛੱਡਿਆ ਹੁੰਦੇ ਨੇ, ਵਹਾਅ ਛੱਡਿਆ ਹੁੰਦੇ ਨੇ, ਉਵੇਂ ਹੀ ਜਿਹੜੇ ਕਿ ਇਤਿਹਾਸ ਹੈ, ਠੀਕ ਹੈ। ਤੇ
ਇਨ ਸ਼ਾਰਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਕਿ ਵੀ ਰਾਜਨੀਤੀ ਹੈ ਨੂੰ ਜਿਹੜੇ ਕਿ ਜਦੋਂ ਰਾਜਨੀਤੀ ਇਹ ਜਾਣਨਾ ਚਾਹੁੰਦੇ ਕਿ ਇਤਿਹਾਸ ਭੂਤਕਾਲ ਦੇ ਵਿੱਚ ਜਿਹੜੇ ਕਿ ਰਾਜਨੀਤੀ ਕਿਵੇਂ ਸੀ, ਰਾਜ ਕਿਵੇਂ ਸੀ, ਸਰਕਾਰ ਕਿਵੇਂ ਸੀ, ਕਿਵੇਂ ਹੋਂਦ ਦੇ ਵਿੱਚ ਆਏ, ਕਿਵੇਂ ਸਰਕਾਰ ਕੰਮ ਕਰਦੀ ਸੀ ਪਾਸਟ ਟਾਈਮ ਦੇ ਵਿੱਚ, ਤਾਂ ਉਹਦੇ ਲਈ ਜਿਹੜੇ ਕਿ ਰਾਜਨੀਤੀ ਸ਼ਾਸਤਰ ਨੂੰ ਕਿਤੇ ਨਿਰਭਰ ਰਹਿਣਾ ਪੈਂਦਾ ਇਤਿਹਾਸ ਤੇ। ਠੀਕ ਹੈ, ਇਤਿਹਾਸ ਤੋਂ ਇਹ ਸਾਰੀ ਜਾਣਕਾਰੀ ਮਿਲਦੀ ਆ। ਸੈਕਿੰਡ ਹੈ ਰਾਜਨੀਤੀ ਸੰਸਥਾਵਾਂ ਦਾ ਆਧਾਰ ਇਤਿਹਾਸ ਦੇ ਵਿੱਚ ਸੰਚਿਤ ਹੁੰਦੇ ਨੇ। ਹਾਂਜੀ, ਰਾਜ ਦੀਆਂ ਅਨੇਕਾਂ ਰਾਜਨੀਤਿਕ ਸੰਸਥਾਵਾਂ ਹੁੰਦੀਆਂ ਨੇ, ਉਹਨਾਂ ਸੰਸਥਾਵਾਂ ਦੇ ਜੜ੍ਹਾਂ ਭੂਤਕਾਲ ਦੇ ਵਿੱਚ ਹੁੰਦੀਆਂ ਨੇ, ਭਾਵ ਕਿ ਉਹ ਪਹਿਲਾਂ ਵਿਕਸਿਤ ਹੋਈਆਂ ਵੇ ਹੁੰਦੀਆਂ ਨੇ, ਤੇ ਉਹਨਾਂ ਸੰਸਥਾਵਾਂ ਦਾ ਵਿਕਾਸ ਇਤਿਹਾਸ ਦੇ ਪੰਨਿਆਂ ਵਿੱਚ ਸੰਚਿਤ ਹੁੰਦਾ, ਭਾਵ ਕਿ ਜਿਹੜੀ ਕੋਈ ਵੀ ਸੰਸਥਾ ਜਾਂ ਰਾਜਨੀਤਿਕ ਸੰਸਥਾ ਜਿਹੜੀ ਰਾਜ ਨਾਲ ਜੁੜੀ ਹੋਈ ਆ, ਉਹ ਪਹਿਲਾਂ ਭੂਤਕਾਲ ਦੇ ਵਿੱਚ ਪਾਸਟ ਸਮੇਂ ਦੇ ਵਿੱਚ ਜਿਹੜੇ ਕਿ ਹੋਂਦ ਦੇ ਵਿੱਚ ਆਈਆਂ ਵੇ ਹੁੰਦੀਆਂ ਨੇ, ਉਹਨਾਂ ਦਾ ਵਿਕਾਸ ਕੀ ਹੈ, ਉਹਨਾਂ ਦੇ ਉਹ ਸਾਰਾ ਜਿਹੜੇ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੇਰਵਾ ਹੁੰਦਾ, ਤੇ ਉਹ ਜਿਹੜੇ ਕਿ ਰਾਜਨੀਤੀ ਨੂੰ ਪਤਾ ਲੱਗਦਾ। ਇਤਿਹਾਸ ਦੇ ਅਧਿਐਨ ਤੋਂ ਹੀ ਰਾਜਨੀਤੀ ਸ਼ਾਸਤਰ ਨੂੰ ਜਿਹੜੇ ਕਿ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ, ਰਾਜਨੀਤਿਕ ਸੰਸਥਾਵਾਂ ਦੀ ਉਤਪਤੀ, ਇਹਨਾਂ ਦਾ ਵਿਕਾਸ, ਉਹਨਾਂ ਦੇ ਬਦਲਦੇ ਸਰੂਪ ਦਾ ਜਿਹੜੇ ਕਿ ਗਿਆਨ ਹੁੰਦਾ। ਜੇ ਇਤਿਹਾਸ ਦਾ ਅਧਿਐਨ ਨਹੀਂ ਕਰੂਗਾ ਤਾਂ ਉਹ ਤੋਂ ਬਿਨਾਂ ਜਿਹੜੀ ਕਿ ਇਸ ਨੂੰ ਇਹ ਸਾਰੀ ਜਾਣਕਾਰੀ ਨਹੀਂ ਹਾਸਿਲ ਹੋਊਗੀ। ਥਰਡ ਕੀ ਹੈ, ਇਤਿਹਾਸ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ। ਠੀਕ ਹੈ, ਲੈਬੋਰਟਰੀ ਆ ਇਤਿਹਾਸ ਰਾਜਨੀਤੀ ਸ਼ਾਸਤਰ ਦੀ, ਤੇ ਪੁਸਤਕਾਲਿਆ, ਠੀਕ ਹੈ, ਤੇ ਲਾਇਬ੍ਰੇਰੀ ਆ। ਇਤਿਹਾਸ ਰਾਜਨੀਤੀ ਸ਼ਾਸਤਰ ਲਈ ਇੱਕ ਪ੍ਰਯੋਗਸ਼ਾਲਾ ਤੇ ਪੁਸਤਕਾਲਿਆ ਦੇ ਤੌਰ ਤੇ ਕੰਮ ਕਰਦੀ ਹੈ। ਅਮਰੀਕਾ ਵਿੱਚ ਲਗਭਗ 200 ਸਾਲ ਪਹਿਲਾਂ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਲਾਗੂ ਸੀ, ਤੇ ਇਸ ਪ੍ਰਣਾਲੀ ਦੇ ਤਜਰਬੇ ਦੇ ਵਿਵਹਾਰਿਕ ਸਿੱਟੇ ਜਾਂ ਪ੍ਰਭਾਵ ਅਮਰੀਕਾ ਦੀ ਰਾਜਨੀਤਿਕ ਇਤਿਹਾਸ ਦੇ ਪੰਨਿਆਂ ਦੇ ਵਿੱਚ ਅੰਕਿਤ ਹੈ। ਤੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਸੈਨਿਕ ਤਾਨਾਸ਼ਾਹੀ ਸੀ ਜਾਂ ਨਿਰੰਕੁਸ਼ ਰਾਜਤੰਤਰ ਲਾਗੂ ਰਿਹਾ, ਉਹਨਾਂ ਦੇਸ਼ਾਂ ਦੇ ਇਤਿਹਾਸ ਦੇ ਵਿੱਚ ਵੀ, ਭਾਵੇਂ ਕਿ ਜਿਹੋ ਜਿਹੀਆਂ ਪਹਿਲਾਂ ਰਾਜਨੀਤਿਕ ਪ੍ਰਣਾਲੀਆਂ ਸੀ, ਉਹਨਾਂ ਸਾਰਿਆਂ ਦਾ ਵੇਰਵਾ ਇਤਿਹਾਸ ਦੇ ਪੰਨਿਆਂ ਉੱਤੇ ਹੈ। ਤੇ ਜਿਹੜੀ ਕਿ ਆਧੁਨਿਕ ਰਾਜਨੀਤੀ ਸ਼ਾਸਤਰ ਹੈ, ਆਧੁਨਿਕ ਰਾਜਨੀਤੀ ਸ਼ਾਸਤਰ ਜਿਹੜਾ ਵਿਸ਼ਾ ਹੈ, ਉਹਨਾਂ ਚੀਜ਼ਾਂ ਨੂੰ ਰੀਡ ਕਰਕੇ ਆਪਣੇ ਦੇ ਵਿੱਚ ਇੰਪਰੂਵ ਲਿਆ ਸਕਦਾ। ਉਹ ਦੇਖ ਸਕਦਾ ਵੀ ਇਹ ਸ਼ਾਸਨ ਪ੍ਰਣਾਲੀਆਂ ਐਵੇਂ ਦੀ ਸੀ ਤਾਂ ਇਹ ਕਿਵੇਂ ਹੋ ਗਈਆਂ, ਜੇ ਐਵੇਂ ਕੀਤੀਆਂ ਜਾਣ ਤਾਂ ਐਵੇਂ ਹੁੰਦਾ, ਮਤਲਬ ਕਿ ਉਹਨਾਂ ਤੋਂ ਸੇਧ ਲੈ ਸਕਦਾ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਰਾਜਨੀਤੀ ਦੇ ਲਈ ਇਤਿਹਾਸ ਇੱਕ ਪ੍ਰਯੋਗਸ਼ਾਲਾ ਤੇ ਇੱਕ ਪੁਸਤਕਾਲਿਆ, ਲਾਇਬ੍ਰੇਰੀ ਦੇ ਤੌਰ ਤੇ ਕਾਰਜ ਕਰਦਾ। ਠੀਕ ਹੈ, ਚੰਗੇ ਮੰਗਦੇ ਨੇ, ਭਾਵ ਕਿ ਇਹ ਦੇਖੋ ਜਿਹੜਾ ਮੈਂ ਤੁਹਾਨੂੰ ਸਮਝਾਤਾ ਉਹੀ ਇਹਦੇ ਵਿੱਚ ਲਿਖਿਆ ਹੋਇਆ। ਹਾਂਜੀ, ਹੁਣ ਆਪਾਂ ਨੇ ਹੁਣ ਤਾਂ ਪੜ੍ਹਿਆ ਸੀ ਕਿ ਇਤਿਹਾਸ ਉੱਤੇ ਕਿਵੇਂ ਡਿਪੈਂਡ ਕਰਦਾ ਰਾਜਨੀਤੀ ਸ਼ਾਸਤਰ, ਹੈ ਨਾ, ਵੀ ਰਾਜਨੀਤੀ ਸ਼ਾਸਤਰ ਇਤਿਹਾਸ ਤੋਂ ਕੀ ਕੁਛ ਲੈਂਦਾ। ਹੁਣ ਆਪਾਂ ਨੇ ਕਰਨਾ ਵੀ ਰਾਜਨੀਤੀ ਸ਼ਾਸਤਰ ਉੱਤੇ ਇਤਿਹਾਸ ਕੀ ਨਿਰਭਰ ਕਰਦਾ, ਇਤਿਹਾਸ ਦੀ ਨਿਰਭਰਤਾ। ਪਹਿਲਾਂ ਆਪਾਂ ਕੀਤਾ ਸੀ ਰਾਜਨੀਤੀ ਸ਼ਾਸਤਰ ਇਤਿਹਾਸ ਉੱਤੇ ਨਿਰਭਰਤਾ, ਹੁਣ ਚੇਂਜ ਹੋ ਜਾਊਗਾ ਵੀ ਇਤਿਹਾਸ ਰਾਜਨੀਤੀ ਸ਼ਾਸਤਰ ਤੇ ਕਿਉਂ ਨਿਰਭਰ ਹੈ, ਇਤਿਹਾਸ ਰਾਜਨੀਤੀ ਸ਼ਾਸਤਰ ਤੋਂ ਕੀ ਲੈਂਦਾ। ਠੀਕ ਹੈ, ਹਾਂਜੀ, ਰਾਜਨੀਤਿਕ ਘਟਨਾਵਾਂ ਦੇ ਅਧਿਐਨ ਬਿਨਾਂ ਇਤਿਹਾਸ ਅਧੂਰਾ। ਹਾਂਜੀ, ਇਤਿਹਾਸ ਕੀ ਹੈ, ਹਿਸਟਰੀ, ਮਤਲਬ ਕਿ ਹਿਸਟਰੀ ਪਾਸਟ ਦੇ ਵਿੱਚ ਜੋ ਵੀ ਹੋ ਚੁੱਕਿਆ, ਚਾਹੇ ਸਮਾਜਿਕ ਜੀਵਨ 'ਚ ਹੋਇਆ, ਚਾਹੇ ਰਾਜਨੀਤਿਕ ਜੀਵਨ ਦੇ ਵਿੱਚ ਹੋਇਆ, ਚਾਹੇ ਆਰਥਿਕ ਜੀਵਨ ਦੇ ਵਿੱਚ ਹੋਇਆ। ਜੇ ਇਤਿਹਾਸ ਰਾਜਨੀਤਿਕ ਜੀਵਨ ਦੀ ਸਟੱਡੀ ਨਹੀਂ ਕਰੂਗਾ ਤਾਂ ਹਿਸਟਰੀ ਕੰਪਲੀਟ ਹੀ ਨਹੀਂ ਹੋਊਗੀ। ਠੀਕ ਹੈ, ਤਾਂ ਹਿਸਟਰੀ ਨੂੰ ਕੰਪਲੀਟ ਇਤਿਹਾਸ ਬਣਨ ਦੇ ਲਈ ਜਿਹੜੇ ਕਿ ਸਮਾਜ ਦੇ ਜਿਹੜੇ ਚਾਰੇ ਪੜਾਅ ਨੇ ਉਹਨਾਂ ਦਾ ਅਧਿਐਨ ਕਰਨਾ ਪੈਂਦਾ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ। ਠੀਕ ਹੈ, ਤਾਂ ਰਾਜਨੀਤਿਕ ਘਟਨਾਵਾਂ ਦਾ ਅਧਿਐਨ ਬਿਨਾਂ ਕੀ ਹੋ ਜਾਊਗਾ, ਇਤਿਹਾਸ ਅਧੂਰਾ ਹੋ ਜਾਊਗਾ, ਤੇ ਇੱਕ ਨਿਰਭਰਤਾ ਹੋਊਗੀ ਕਿਸੇ ਵੀ ਕਾਲ ਦਾ ਸਮਾਜਿਕ, ਆਰਥਿਕ, ਉਹੀ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਅਧਿਐਨ ਕਰਨਾ ਜਿਹੜੇ ਕਿ ਜ਼ਰੂਰੀ ਹੋ ਜਾਊਗਾ। ਇਸ ਦੇ ਬਿਨਾਂ ਜਿਹੜੇ ਕਿ ਉਹ ਇਤਿਹਾਸ ਠੀਕ ਜਾਂ ਨਹੀਂ ਜਾਣਿਆ ਜਾ ਸਕਦਾ। ਭਾਰਤ ਦੇ ਵਿੱਚ ਸੰਪਰਦਾਇਕ ਜਾਂ ਫਿਰਕਾਪ੍ਰਸਤੀ ਦੇ ਵਿਕਾਸ ਨੂੰ ਅੰਗਰੇਜ਼ਾਂ ਦੀ ਫੁੱਟ ਪਾਉ ਤੇ ਰਾਜ ਕਰੋ ਦੀ ਸਿਆਸੀ ਨੀਤੀ, ਜਿਹੜੀ ਉਹਨਾਂ ਦੀ ਸਿਆਸੀ ਨੀਤੀ ਸੀ, ਉਹਦੇ ਪ੍ਰਸੰਗ ਤੋਂ ਬਿਨਾਂ ਸਮਝਣਾ ਉਹਨਾਂ ਲਈ ਅਸੰਭਵ ਹੈ। ਠੀਕ ਹੈ, ਵੀ ਇਸ ਨੂੰ ਫੁੱਟ ਪਾਉ ਤੇ ਰਾਜਨੀਤਿਕ ਸਿਆਸੀ ਨੀਤੀ ਦੇ ਆਧਾਰ ਤੇ ਸੀ, ਤਾਂ ਉਹਨੂੰ ਸਮਝਣ ਦੇ ਲਈ ਜਿਹੜੇ ਕਿ ਇਤਿਹਾਸ ਨੂੰ ਇਹਦਾ ਜ਼ਰੂਰਤ ਹੈ। ਤੇ ਭਾਰਤ ਵਿੱਚ ਜਾਤੀ ਪ੍ਰਥਾ ਦੇ ਬਦਲਦੇ ਸਰੂਪ ਦਾ ਅਧਿਐਨ ਸੁਤੰਤਰ ਭਾਰਤ ਦੀ ਸਰਕਾਰ ਦੀਆਂ ਨੀਤੀਆਂ, ਇਸ ਸੰਬੰਧੀ ਨੀਤੀਆਂ ਨੂੰ ਵੀ ਜਾਣੇ ਬਿਨਾਂ ਨਹੀਂ ਜਿਹੜਾ ਕਿ ਕੀਤਾ ਜਾ ਸਕਦਾ। ਇਤਿਹਾਸ ਜਿਹੜਾ ਕਿ ਸੰਪੂਰਨ ਨਹੀਂ ਹੋ ਸਕਦਾ। ਇਸੇ ਇਤਿਹਾਸ ਦੇ ਲਗਭਗ ਹਰੇਕ ਪੱਖ ਉੱਤੇ ਰਾਜਨੀਤਿਕ ਘਟਨਾਵਾਂ ਦਾ ਪ੍ਰਭਾਵ ਜ਼ਰੂਰ ਪੈਂਦਾ, ਜਿਸ ਕਰਕੇ ਉਹਨਾਂ ਦਾ ਅਧਿਐਨ ਵੀ ਜਿਹੜੇ ਕਿ ਇਤਿਹਾਸ ਲਈ ਜ਼ਰੂਰੀ ਹੋ ਜਾਂਦਾ, ਤੇ ਉਹਨਾਂ ਦੇ ਬਿਨਾਂ ਜਿਹੜੇ ਕਿ ਰਾਜਨੀਤਿਕ ਘਟਨਾਵਾਂ ਦੇ ਬਿਨਾਂ ਇਤਿਹਾਸ ਅਧੂਰਾ। ਅੱਗੇ ਹੈ ਰਾਜਨੀਤਿਕ ਕ੍ਰਾਂਤੀਆਂ ਇਤਿਹਾਸ ਦਾ ਨਿਰਮਾਣ ਕਰਦੀਆਂ ਨੇ। ਹੁਣ ਜਿਹੜੀਆਂ ਰਾਜਨੀਤਿਕ ਕ੍ਰਾਂਤੀਆਂ ਹੁੰਦੀਆਂ ਨੇ ਉਹ ਵੀ ਇਤਿਹਾਸ ਦੇ ਵਿੱਚ ਇੱਕ ਆਪਣੇ ਇਤਿਹਾਸ ਦੇ ਪੰਨਿਆਂ ਤੇ ਲਿਖੀਆਂ ਜਾਂਦੀਆਂ ਨੇ, ਤਾਂ ਉਹਨਾਂ ਦਾ ਉਹ ਵੀ ਜਿਹੜੇ ਕਿ ਇਤਿਹਾਸ ਦਾ ਨਿਰਮਾਣ ਕਰਦੀਆਂ ਨੇ। ਠੀਕ ਹੈ, ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਇਤਿਹਾਸ ਦੇ ਵਿੱਚ ਹਾਮੀ ਭਰਦੇ ਨੇ ਕਿ ਰਾਜਨੀਤਿਕ ਕ੍ਰਾਂਤੀਆਂ ਇਤਿਹਾਸ ਨੂੰ ਨਵਾਂ ਮੋੜ ਦਿੰਦੇ ਨੇ। 1688 ਈਸਵੀ ਦੇ ਵਿੱਚ ਇੰਗਲੈਂਡ ਦੀ ਧਰਤੀ ਤੇ ਵਾਪਰੀ ਸ਼ਾਨਦਾਰ ਕ੍ਰਾਂਤੀ ਤੇ ਇੱਕ ਰਾਜਨੀਤਿਕ ਕ੍ਰਾਂਤੀ ਸੀ, ਤੇ 1799 ਦੀ ਜਿਹੜੀ ਫਰਾਂਸੀਸੀ ਕ੍ਰਾਂਤੀ ਸੀ, 1917 ਦੀ ਜਿਹੜੀ ਰੂਸੀ ਕ੍ਰਾਂਤੀ ਸੀ, ਉਹ ਵੀ ਕ੍ਰਾਂਤੀ ਰਾਜਨੀਤਿਕ ਸਰੂਪ ਦੀਆਂ ਕ੍ਰਾਂਤੀਆਂ ਸੀ। ਤੇ ਇਹਨਾਂ ਕ੍ਰਾਂਤੀਆਂ ਨੇ ਜਿੱਥੇ ਉਹਨਾਂ ਦੇਸ਼ਾਂ ਦੇ ਇਤਿਹਾਸ ਦੇ ਰੁੱਖ ਮੋੜੇ ਨੇ, ਉੱਥੇ ਉਹਨਾਂ ਦੇਸ਼ਾਂ ਨੇ ਮਹਾਨ ਇਤਿਹਾਸ ਦਾ ਨਿਰਮਾਣ ਵੀ ਕੀਤਾ, ਮਤਲਬ ਕਿ ਇਹ ਵੀ ਇਤਿਹਾਸ ਦੇ ਵਿੱਚ ਦਰਜ ਹੋਈਆਂ ਨੇ। ਠੀਕ ਹੈ, ਤਾਂ ਆਪਾਂ ਕਹਿ ਸਕਦੇ ਹਾਂ ਕਿ ਵੀ ਜਿਹੜੇ ਰਾਜਨੀਤਿਕ ਕ੍ਰਾਂਤੀਆਂ ਨੇ ਉਹ ਵੀ ਇਤਿਹਾਸ ਦਾ ਨਿਰਮਾਣ ਕਰਦੀਆਂ ਨੇ। ਸੋ ਇਹ ਤਾਂ ਦੋਨਾਂ ਦੀ ਨਿਰਭਰਤਾ ਹੋ ਗਈ ਇੱਕ ਦੂਜੇ ਤੇ। ਹੁਣ ਇਹਨਾਂ ਦੇ ਵਿੱਚ ਅੰਤਰ ਕੀ ਹੈ?
ਡਿਫਰੈਂਸ ਕੀ ਹੈ? ਹਾਂਜੀ, ਇਤਿਹਾਸ ਤੇ ਰਾਜਨੀਤੀ ਦੇ ਅੰਤਰ ਨਿਰਭਰਤਾ ਅਤੇ ਪਰਸਪਰ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵਿੱਚ ਕੁਝ ਭਿੰਨਤਾਵਾਂ ਨੇ। ਉਹ ਕਿਵੇਂ ਨੇ, ਹੁਣ ਆਪਾਂ ਦੇਖਦੇ ਹਾਂ ਉਹ ਭਿੰਨਤਾਵਾਂ। ਹਾਂਜੀ, ਸਭ ਤੋਂ ਪਹਿਲਾਂ ਖੇਤਰ ਦੇ ਵਿੱਚ ਅੰਤਰ। ਖੇਤਰ ਦੇ ਵਿੱਚ ਅੰਤਰ ਕੀ ਹੈ? ਰਾਜਨੀਤੀ ਸ਼ਾਸਤਰ ਦਾ ਖੇਤਰ, ਠੀਕ ਹੈ, ਰਾਜਨੀਤੀ ਸ਼ਾਸਤਰ ਦੇ ਖੇਤਰ ਦੇ ਮੁਕਾਬਲੇ ਇਤਿਹਾਸ ਦਾ ਖੇਤਰ ਜ਼ਿਆਦਾ ਵਿਸ਼ਾਲ ਆ। ਹੁਣੀ ਆਪਾਂ ਨੇ ਬੋਲਿਆ, ਤੁਹਾਨੂੰ ਦੱਸਿਆ ਕਿ ਇਤਿਹਾਸ ਕੀ ਹੈ? ਇਤਿਹਾਸ ਸਮਾਜ ਦੇ ਜਿਹੜੇ ਚਾਰੇ ਪੜਾਅ ਨੇ, ਚਾਰੇ ਪੰਜੇ ਪੜਾਅ, ਜਿਵੇਂ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ, ਇਹਨਾਂ ਸਾਰੇ ਪੜਾਵਾਂ ਦਾ ਅਧਿਐਨ ਕਰਦਾ। ਬਟ ਜਿਹੜਾ ਰਾਜਨੀਤੀ ਸ਼ਾਸਤਰ ਆ ਉਹ ਸਿਰਫ ਇੱਕ ਪੜਾਅ ਦਾ ਹੀ ਅਧਿਐਨ ਕਰੂਗਾ, ਠੀਕ ਹੈ, ਜਿਸ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਖੇਤਰ ਕਿਹਦਾ ਜ਼ਿਆਦਾ ਵੱਡਾ ਹੈ? ਇਤਿਹਾਸ ਦਾ, ਠੀਕ ਹੈ। ਇਤਿਹਾਸ ਮਨੁੱਖ ਦੇ ਆਰੰਭ ਤੇ ਵਿਕਾਸ ਦੀ ਬਹੁਪੱਖੀ ਕਹਾਣੀ ਹੁੰਦੀ ਹੈ, ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀ। ਅੱਗੇ ਇਤਿਹਾਸ ਆਦਰਸ਼ਮਈ ਸਮਾਜਿਕ ਵਿਗਿਆਨ ਨਹੀਂ, ਜਦੋਂ ਕਿ ਰਾਜਨੀਤੀ ਸ਼ਾਸਤਰ ਇੱਕ ਤਰ੍ਹਾਂ ਦਾ ਸਮਾਜਿਕ ਵਿਗਿਆਨ ਹੈ। ਹਾਂਜੀ, ਇਤਿਹਾਸ ਕੇਵਲ ਬੀਤ ਚੁੱਕੇ ਸਮੇਂ ਦੀ ਕਹਾਣੀ ਦੱਸਦਾ, ਵੀ ਬੀਤ ਚੁੱਕਿਆ ਸਮੇਂ ਦੇ ਵਿੱਚ ਕੀ ਕੁਝ ਹੋਇਆ, ਸਿਰਫ ਉਹਦੇ ਬਾਰੇ ਦੱਸਦਾ, ਜਦ ਕਿ ਰਾਜ ਇਸ ਦੇ ਉਲਟ ਭੂਤਕਾਲ ਤੇ ਵਰਤਮਾਨ, ਠੀਕ ਹੈ, ਤੇ ਭਵਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਹ ਇਹਦੇ ਏਰੀਏ ਦੇ ਵਿੱਚ ਆਉਂਦਾ। ਭਾਵੇਂ ਕਿ ਇਤਿਹਾਸ ਤਾਂ ਸਿਰਫ ਭੂਤਕਾਲ ਦਾ ਅਧਿਐਨ ਕਰਦਾ, ਬਟ ਜਿਹੜਾ ਰਾਜਨੀਤੀ ਸ਼ਾਸਤਰ ਉਹ ਵਰਤਮਾਨ ਕੀ ਹੈ, ਭਵਿੱਖ ਕੀ ਹੋਊਗਾ, ਪਾਸਟ ਦੇ ਵਿੱਚ ਕੀ ਸੀ, ਠੀਕ ਹੈ, ਇਹ ਸਾਰੇ ਦਾ ਅਧਿਐਨ ਇਹਦੇ ਵਿੱਚ ਆਉਂਦਾ। ਅੱਗੇ ਹੈ ਅਧਿਐਨ ਵਿਧੀਆਂ ਦੇ ਵਿੱਚ ਅੰਤਰ। ਹਾਂਜੀ, ਇਤਿਹਾਸ ਦੇ ਅਧਿਐਨ ਲਈ ਵਰਣਨਾਤਮਕ ਵਿਧੀ ਵਰਤੀ ਜਾਂਦੀ ਹੈ, ਠੀਕ ਹੈ, ਨਰੇਟਿਵ ਮੈਥਡ। ਇਹਦੇ ਉਲਟ ਜਿਹੜਾ ਰਾਜਨੀਤੀ ਸ਼ਾਸਤਰ ਹੈ ਇਹਦੇ ਦੇ ਵਿੱਚ ਵਿਸ਼ਲੇਸ਼ਣਾਤਮਕ ਪ੍ਰਯੋਗਾਤਮਕ ਵਿਧੀ ਜਿਹੜੀ ਕਿ ਵਰਤੀ ਜਾਂਦੀਆਂ ਨੇ। ਇਹ ਅੰਤਰ ਹੋ ਗਿਆ। ਫੋਰਥ ਹੈ ਇਤਿਹਾਸ ਵਾਸਤਵਿਕ ਹੈ ਬਟ ਰਾਜਨੀਤੀ ਸ਼ਾਸਤਰ ਵਿਚਾਰਸ਼ੀਲ ਹੈ। ਹਾਂਜੀ, ਇਤਿਹਾਸ ਦੇ ਵਿੱਚ ਘਟਨਾਵਾਂ ਦਾ ਵਾਸਤਵਿਕ ਰਿਕਾਰਡ ਹੁੰਦਾ ਜੋ ਵਾਸਤਵ ਦੇ ਵਿੱਚ ਵਾਪਰਦੀਆਂ ਨੇ, ਤੇ ਇਤਿਹਾਸ ਦੇ ਵਿੱਚ ਵਿਚਾਰਸ਼ੀਲ ਤੱਤ ਦਾ ਕੋਈ ਸਥਾਨ ਨਹੀਂ ਹੈਗਾ। ਤੇ ਇਹ ਤੋਂ ਉਲਟ ਰਾਜਨੀਤੀ ਸ਼ਾਸਤਰ ਜਿਹੜੇ ਕਿ ਵਧੇਰੇ ਕਰਕੇ ਵਿਚਾਰਸ਼ੀਲ ਹੈ, ਕਿਉਂਕਿ ਬੀਤੀਆਂ ਹੋਈਆਂ ਘਟਨਾਵਾਂ ਦੇ ਆਧਾਰ ਤੇ ਰਾਜਨੀਤੀ ਸ਼ਾਸਤਰ ਤੱਥਾਂ ਦਾ ਵਿਸ਼ਲੇਸ਼ਣ ਕਰਦਾ, ਫਿਰ ਸੰਭਾਵਿਤ ਸਿੱਟਿਆਂ ਤੇ ਪਹੁੰਚਦਾ, ਤੇ ਰਾਜਨੀਤੀ ਸ਼ਾਸਤਰ ਜਿਹੜੇ ਕਿ ਇਹਦੇ ਖੇਤਰ ਦਾ ਏਰੀਆ ਬਣਦਾ। ਸੋ ਇਹ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਅੰਤਰ ਨੇ, ਤੇ ਆਪਾਂ ਨੇ ਕੀਤਾ ਇਹਨਾਂ ਦੇ ਵਿੱਚ ਪਹਿਲਾਂ ਰਾਜਨੀਤੀ ਸ਼ਾਸਤਰ ਇਤਿਹਾਸ ਤੇ ਨਿਰਭਰਤਾ ਕਿਵੇਂ ਹੈ, ਠੀਕ ਹੈ, ਰਾਜਨੀਤੀ ਸ਼ਾਸਤਰ ਇਤਿਹਾਸ ਤੋਂ ਕੀ ਕੁਛ ਲੈਂਦਾ, ਇਤਿਹਾਸ ਰਾਜਨੀਤੀ ਦੀ ਸਮੱਗਰੀ ਪ੍ਰਦਾਨ ਕਰਦਾ, ਰਾਜਨੀਤੀ ਸੰਸਥਾਵਾਂ ਦੇ ਆਧਾਰ ਤੇ ਇਤਿਹਾਸ ਦੇ ਵਿੱਚ ਸੰਕੁਚਿਤ ਹੁੰਦੇ ਰਾਜਨੀਤੀ ਸੰਸਥਾਵਾਂ ਦਾ ਪਾਸਟ, ਠੀਕ ਹੈ, ਤੇ ਇਤਿਹਾਸ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ ਪੁਸਤਕਾਲਿਆ। ਤੇ ਹੁਣ ਫਿਰ ਆਪਾਂ ਨੇ ਕੀਤਾ ਸੀ ਕਿ ਰਾਜਨੀਤੀ ਸ਼ਾਸਤਰ ਤੇ ਇਤਿਹਾਸ ਕਿਉਂ ਨਿਰਭਰ ਹੈ, ਇਤਿਹਾਸ ਦੀ ਨਿਰਭਰਤਾ ਰਾਜਨੀਤੀ ਸ਼ਾਸਤਰ ਉੱਤੇ, ਵੀ ਇਤਿਹਾਸ ਰਾਜਨੀਤੀ ਸ਼ਾਸਤਰ ਤੋਂ ਕੀ ਕੁਛ ਲੈਂਦਾ। ਇੱਕ ਤਾਂ ਰਾਜਨੀਤਿਕ ਘਟਨਾਵਾਂ ਦਾ ਅਧਿਐਨ ਦੇ ਬਿਨਾਂ ਇਤਿਹਾਸ ਅਧੂਰਾ, ਦੂਜਾ ਰਾਜਨੀਤਿਕ ਕ੍ਰਾਂਤੀਆਂ ਜਿਹੜੇ ਕਿ ਇਤਿਹਾਸ ਦਾ ਨਿਰਮਾਣ ਕਰਦੀਆਂ ਨੇ। ਫਿਰ ਇਹਨਾਂ ਦੇ ਵਿੱਚ ਅੰਤਰ ਦੇਖਿਆ ਆਪਾਂ ਨੇ, ਅੰਤਰ ਦੇ ਵਿੱਚ ਖੇਤਰ ਦੇ ਵਿੱਚ ਅੰਤਰ, ਇਤਿਹਾਸਮਈ, ਠੀਕ ਹੈ, ਇਹਦਾ ਵਿਸ਼ਾ ਇਤਿਹਾਸ ਆਦਰਸ਼ਮਈ ਆ, ਜਦ ਕਿ ਰਾਜਨੀਤੀ ਸ਼ਾਸਤਰ ਸਮਾਜਿਕ ਵਿਗਿਆਨ ਆ। ਅਧਿਐਨ ਵਿਧੀਆਂ ਦੇ ਵਿੱਚ ਅੰਤਰ ਆ, ਤੇ ਇਤਿਹਾਸ ਵਾਸਤਵਿਕ ਹੈ, ਜਦ ਕਿ ਰਾਜਨੀਤੀ ਸ਼ਾਸਤਰ ਵਿਚਾਰਸ਼ੀਲ ਆ। ਸੋ ਇੱਥੇ ਤੁਹਾਡਾ ਟੌਪਿਕ ਦਾ ਅੰਤ ਹੁੰਦਾ, ਤੇ ਐਂਡ ਦੇ ਵਿੱਚ ਤੁਸੀਂ ਸਿੱਟਾ ਕੱਢਣਾ। ਥੈਂਕਸ।